ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਕੁਝ ਖਬਰਾਂ ਤੇ ਝਾਤ ਮਾਰਾਂਗੇ। ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਪੁੱਛਾਂਗੇ ਕਿ ਕੀ ਕੁਛ ਉਥਲ ਪੁਥਲ ਹੋ ਰਹੀ ਆ ਪੰਜਾਬ ਵਿੱਚ, ਭਾਰਤ ਦੇ ਵਿੱਚ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਪਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਹਰਮਿੰਦਰ ਸਮਰਾ ਜੀ ਸੈਕਰਾਮੈਂਟੋ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ, ਪ੍ਰੀਤਮ ਕੌਰ ਰਚਨਾ, ਚਰਨਜੀਤ ਪਡਵਾਲ, ਲਾਈਵੁਕ, ਸਰਬਜੀਤ ਸਿੰਘ, ਬਲਵਿੰਦਰ ਕੌਰ ਚੋਕਰ ਟੜਲਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਗੱਲ ਕਰਦੇ ਹਾਂ ਜੀ, ਖਜ਼ਾਨਾ ਖਾਲੀ ਆ, GST ਦਾ ਰੌਲਾ ਪੈ ਰਿਹਾ ਸੀਗਾ ਅਤੇ ਹੁਣ ਲੱਗਦਾ ਆ ਕਿ ਕੋਈ ਨਾ ਕੋਈ ਕਹਿੰਦੇ ਆਸ ਹੋਈ ਆ ਕਿ ਜਿਹੜੇ GST ਦੇ ਪੈਸੇ ਆ ਉਹ ਸਰਕਾਰ ਨੂੰ, ਪੰਜਾਬ ਦੀ ਨੂੰ ਮਿਲਣਗੇ। ਬਿਲਕੁਲ ਜੀ, ਕੋਈ ਟੇਕ ਜਿਹੜੀ ਆ ਜੀ ਉਹਦੇ ਉੱਤੇ ਹੀ ਸਾਰੀ ਲੱਗੀ ਹੋਈ ਆ ਜੀ। ਇੱਕ ਵਾਰੀ ਮਿਲ ਕੇ ਫਿਰ ਮੁੱਕ ਜਾਣਗੇ ਉਹ ਬਾਅਦ ਵਾਲੀ ਗੱਲ ਆ ਜੀ। ਫਿਰ ਕਿੱਧਰ ਨੂੰ ਜਿਹੜਾ ਜੀ ਉਹ ਜਾਣਗੇ। ਪਰ ਇਸ ਵੇਲੇ ਕਹਿਣ ਨੂੰ ਜਿਹੜਾ ਦੀ ਪੰਜਾਬ ਦੀ ਸਰਕਾਰ ਦੇ ਕੋਲ ਇਹੀ ਆ ਵੀ ਸਾਡੇ ਕੋਲ GST ਦੇ ਜਿਹੜੇ ਪੈਸੇ ਆ ਉਹ ਮਿਲ ਨਹੀਂ ਰਹੇ। ਹੁਣ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਇਹ ਕਿਹਾ ਜੀ ਕਿ ਪੰਜਾਬ ਸਰਕਾਰ ਨੂੰ ਕੇਂਦਰ ਦੇ ਕੋਲੋਂ GST ਮੁਆਵਜ਼ੇ ਦੇ 4000 ਕਰੋੜ ਰੁਪਏ ਛੇਤੀ ਮਿਲਣ ਦੀ ਉਮੀਦ ਆ। ਉਹਨਾਂ ਨੇ ਇਹ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਜਿਹੜੇ ਨੇ ਉਹਨੇ ਭਰੋਸਾ ਦਿੱਤਾ ਕਿ 18 ਦਸੰਬਰ ਨੂੰ GST ਕੌਂਸਲ ਦੀ ਅਗਲੀ ਮੀਟਿੰਗ ਤੋਂ ਪਹਿਲਾਂ ਪੰਜਾਬ ਨੂੰ ਬਣਦੀ ਪੂਰੀ ਅਦਾਇਗੀ ਜਿਹੜੀ ਹੈ ਜੀ ਉਹ ਕਰ ਦਿੱਤੀ ਜਾਊਗੀ। ਜਿਹੜੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਹੈ ਇਹਦੇ ਵਿੱਚ ਪੰਜਾਬ, ਦਿੱਲੀ, ਪੁਡੂਚੇਰੀ, ਮੱਧ ਪ੍ਰਦੇਸ਼ ਦੇ ਵਿੱਤ ਮੰਤਰੀਆਂ ਤੋਂ ਇਲਾਵਾ ਕੇਰਲ, ਰਾਜਸਥਾਨ, ਛੱਤੀਸਗੜ੍ਹ ਤੇ ਪੱਛਮੀ ਬੰਗਾਲ ਦੇ ਨੁਮਾਇੰਦੇ ਜਿਹੜੇ ਜੀ ਉਹ ਮੌਜੂਦ ਸਨ। ਇਹ ਉਹ ਰਾਜ ਨੇ ਜੀ ਜਿਹੜੇ ਗੈਰ ਭਾਜਪਾ ਰਾਜ ਨੇ। ਇਹ ਜਿਹੜਾ ਦੱਸਿਆ ਗਿਆ ਕਿ 6 ਸੂਬਿਆਂ ਦੇ ਵਿੱਤ ਮੰਤਰੀ ਜਿਹੜੇ ਜੀ ਉਹ ਮਿਲੇ ਸੀਗੇ ਔਰ 6 ਦਾ ਹੀ ਜਿਹੜਾ ਜੀ ਇਹ ਹਾਲ ਹੈ, ਭਾਵ ਕਿ ਉਹਨਾਂ ਦੇ ਪੈਸੇ ਜਿਹੜੇ ਆ ਉਹ GST ਦੇ ਰੋਕੇ ਹੋਏ ਆ ਔਰ ਅਗਸਤ ਮਹੀਨੇ ਤੋਂ ਸੂਬਿਆਂ ਨੂੰ ਬਣਦਾ ਮੁਆਵਜ਼ਾ ਜਿਹੜਾ ਜੀ ਉਹ ਨਹੀਂ ਮਿਲਿਆ। ਇਹ ਵਿੱਤ ਮੰਤਰੀ ਦੇ ਨਾਲ ਮੁਆਵਜ਼ੇ ਦਾ ਮੁੱਦਾ ਜਿਹੜਾ ਸੀਗਾ ਜੀ ਉਹ ਵਿਚਾਰਿਆ ਗਿਆ ਸੀਗਾ ਔਰ ਹੁਣ ਇਹ ਕਿਹਾ ਗਿਆ ਵਿੱਤ ਮੰਤਰਾਲੇ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ 18 ਤੋਂ ਪਹਿਲਾਂ ਜਿਹੜਾ ਜੀ ਉਹ ਪੈਸੇ ਇਹ ਮਿਲ ਜਾਣਗੇ। ਪਰ ਇਹਦੇ ਵਿੱਚ ਹੁਣ ਇੱਕ ਵੱਡਾ ਜਿਹੜਾ ਜੀ ਉਹ ਸਵਾਲ ਇਹ ਆ ਕਿ ਜੇ 18 ਤੋਂ ਪਹਿਲਾਂ ਪੈਸੇ ਜਿਹੜੇ ਮਿਲਣੇ ਆ 15, 16, 17 ਦੇ ਨੇੜੇ ਤੇੜੇ, ਇਹਦਾ ਮਤਲਬ ਇਹ ਆ ਜੀ ਕਿ ਹਾਲ ਦੀ ਘੜੀ ਜਿਹੜੇ ਪੰਜਾਬ ਦੇ ਵਿੱਚ ਤਨਖਾਹਾਂ ਨਹੀਂ ਮਿਲ ਰਹੀਆਂ, ਜਿਹੜੇ ਆਪਣੇ ਬਿਜਲੀ ਬੋਰਡ ਵਾਲੇ ਵੀ ਜਿਹੜੇ ਬੈਠੇ ਨੇ ਜੀ ਜੰਦਰੇ ਲਾ ਕੇ, ਤੇ ਉਹਨਾਂ ਦੇ ਪੈਸੇ ਨਹੀਂ ਜਿਹੜੇ ਮਿਲ ਰਹੇ, ਕਿਸੇ ਦੀ ਤਨਖਾਹ ਜਿਹੜੀ ਜੀ ਨਹੀਂ ਪਈ। ਮਤਲਬ ਕਿ ਅੱਧ ਮਹੀਨਾ ਜਿਹੜਾ ਜੀ ਉਹ ਟੱਪ ਜਾਣ ਦੀ ਆਸ ਜਿਹੜੀ ਜੀ ਉਹ ਹੈਗੀ ਆ। ਉਹ ਵੱਖਰੀ ਗੱਲ ਹੈ ਕਿ ਸਰਕਾਰ ਜਿਹੜੀ ਆ ਜੀ ਉਹ ਉਂਝ ਜਿਹੜਾ ਉਹ ਦੱਸਣ ਦੀ ਕੋਸ਼ਿਸ਼ ਦੇ ਵਿੱਚ ਹੈ ਕਿ ਅੱਜ ਸਮਿਟ ਵੀ ਜਿਹੜਾ ਜੀ ਉਹ ਹੋ ਰਿਹਾ, ਪ੍ਰੋਗਰੈਸਿਵ ਪੰਜਾਬ ਉਹਦਾ ਜਿਹੜਾ ਜੀ ਉਹ ਨਾਂ ਆ, ਕਿ ਬਹੁਤ ਸਾਰੀ ਇਨਵੈਸਟਮੈਂਟ ਜਿਹੜੀ ਆ ਜੀ ਉਹ ਆ ਜਾਣੀ ਆ। ਪਤਾ ਨਹੀਂ ਕਿੱਥੋਂ ਤੇ ਕਿਵੇਂ। ਹਾਲ ਦੀ ਘੜੀ ਜਿਹੜੀ ਹੈ ਜੀ ਉਹ ਟੇਕ ਇਹੋ ਜਿਹੇ ਪੈਸਿਆਂ ਦਿੱਤੇ ਆ ਵੀ ਇਹ ਆ ਜਾਣ ਤੇ ਫਿਰ 2 ਮਹੀਨੇ ਨਿਕਲ ਜਾਣਗੇ। 2 ਮਹੀਨੇ ਵੈਸੇ ਨਿਕਲਣ ਦੀ ਆਸ ਨਹੀਂ ਜੀ, ਕਿਉਂਕਿ 4000 ਕਰੋੜ ਰੁਪਈਆ ਤਾਂ PSPCL ਜਿਹੜਾ ਬਿਜਲੀ ਬੋਰਡ ਆ ਜੀ ਉਹਦਾ ਹੀ ਖੜਾ ਸਬਸਿਡੀਆਂ ਦੇਣ ਵਾਲਾ, ਤੇ ਇਹ ਮਿਲਣਾ ਹੈਗਾ ਜੀ 4100 ਕਰੋੜ ਰੁਪਏ। ਤਾਂ ਜਿੱਦਾਂ ਤੁਸੀਂ ਕਿਹਾ ਵੀ ਉਹ ਜੇ ਆ ਗਏ ਮਿਲ ਗਏ ਤਾਂ ਫਿਰ ਉਹ ਉਸੇ ਵੇਲੇ ਹੋ ਗਿਆ ਤਾਂ ਫਿਰ ਪਤਾ ਨਹੀਂ ਕੀ ਕਹਿ ਦੇਣਾ, ਸਾਨੂੰ ਪੈਸੇ ਹੈ ਨਹੀਂ ਗਾ। ਇਸੇ ਤਰ੍ਹਾਂ ਜੇ ਹੁਣ ਅਕਾਲੀਆਂ ਦੀ ਗੱਲ ਕਰੀਏ, ਉਹ ਤਾਂ ਘਟਾਲਿਆਂ ਦੇ ਨਾਲ ਹੀ ਰਾਜ ਭਰਿਆ ਹੋਇਆ ਸੀਗਾ। ਅਕਾਲੀ BJP ਦੇ ਰਾਜ ਸਮੇਂ ਕਹਿੰਦੇ ਜਿਹੜੇ ਬੁਢਾਪਾ ਪੈਨਸ਼ਨਾਂ ਆਈਆਂ ਸੀਗੀਆਂ ਉਹ ਵੀ ਇੱਕ ਘਟਾਲਾ ਆ, ਪਤਾ ਹੀ ਨਹੀਂ ਲੱਗਦਾ ਹੜੱਪ ਕੌਣ ਕਰ ਗਿਆ। ਬਿਲਕੁਲ ਜੀ, ਐਕਚੁਅਲੀ ਇਹ ਕੁਛ ਵੀ ਜਿਹੜਾ ਜੀ ਸਹੀ ਮਾਇਨਿਆਂ ਦੇ ਵਿੱਚ ਨਾ ਕੱਢਿਆ ਗਿਆ, ਨਾ ਕੱਢਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਗਈ। ਇੰਨਾ ਜ਼ਰੂਰ ਹੈ ਕਿ ਜਿੱਧਰੋਂ ਮਰਜ਼ੀ ਤੁਸੀਂ ਚੱਕ ਲਓ, ਪੈਸਾ ਜਿਹੜਾ ਜੀ ਕਿਵੇਂ ਖੁਰਦ-ਬੁਰਦ ਕੀਤਾ ਗਿਆ ਉਹ ਤੁਹਾਨੂੰ ਕਿਤੇ ਨਾ ਕਿਤੇ ਨਵੀਂ ਜਿਹੜੀ ਜੀ ਉਹ ਮਿਸਾਲ ਲੱਭ ਜਾਂਦੀ ਹੈ। ਸਰਕਾਰ ਦੇ ਵੱਲੋਂ ਵੰਡੀ ਜਾਣ ਵਾਲੀ ਬੁਢਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ਦੇ ਵਿੱਚ ਕੋਈ ਕਰੀਬ 76 ਕਰੋੜ ਰੁਪਈਆ ਗ੍ਰਾਮ ਪੰਚਾਇਤਾਂ ਨੇ ਇਹਦਾ ਹਿਸਾਬ ਕਿਤਾਬ ਹੀ ਨਹੀਂ ਦਿੱਤਾ ਜੀ। ਇਹ ਪੈਸਾ ਜਿਹੜਾ ਪੰਚਾਇਤਾਂ ਨੂੰ ਸਾਬਕਾ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਪਿੰਡਾਂ ਦੇ ਵਿੱਚ ਜਿਹੜੇ ਪੈਨਸ਼ਨਾਂ ਨੂੰ ਵੰਡਣ ਦੇ ਵਾਸਤੇ ਦਿੱਤਾ ਗਿਆ ਸੀ। ਇਹ ਡਰਾਮਾ ਇਹ ਕਰਦੇ ਸੀ ਕਿ ਪੰਚਾਇਤਾਂ ਨੂੰ ਪੈਸੇ ਦਿੱਤੇ ਜਾਂਦੇ ਸੀਗੇ ਤਾਂ ਕਿ ਉਹ ਆਪਣੀ ਪਾਰਟੀ ਵਾਲਿਆਂ ਨੂੰ ਜਿਹੜੇ ਜੀ ਉਹ ਵੰਡੇ ਜਾ ਸਕਣ। ਇਹਨੂੰ ਵੰਡਣ ਤੋਂ ਬਾਅਦ ਪੰਚਾਇਤਾਂ ਨੇ ਹਿਸਾਬ ਦੇਣਾ ਸੀਗਾ। ਪੰਚਾਇਤਾਂ ਦੇ ਹਿਸਾਬ ਨਾ ਦੇਣ ਕਰਕੇ 2017 ਦੇ ਵਿੱਚ ਬਣੀ ਕਾਂਗਰਸ ਸਰਕਾਰ ਨੇ ਪੰਚਾਇਤਾਂ ਤੋਂ ਪੈਨਸ਼ਨ ਵੰਡਣ ਦਾ ਅਧਿਕਾਰ ਲੈ ਕੇ ਇਹਨੂੰ ਔਨ ਅਕਾਊਂਟ ਜਿਹੜਾ ਜੀ ਉਹ ਕਰਤਾ ਸੀਗਾ। ਇਹਦੇ ਪੈਨਸ਼ਨ ਜਿਹੜੇ ਜਿਨ੍ਹਾਂ ਨੂੰ ਮਿਲਦੀ ਆ ਉਹਨਾਂ ਦੇ ਖਾਤਿਆਂ ਦੇ ਵਿੱਚ ਔਨਲਾਈਨ ਟਰਾਂਸਫਰ ਹੋਣ ਲੱਗ ਪਈ ਜੀ। 16 ਤੱਕ ਜਿਹੜਾ 76 ਕਰੋੜ ਰੁਪਏ ਦਾ ਹਿਸਾਬ ਰਹਿੰਦਾ ਸੀਗਾ ਉਹ ਅੱਜ ਤੱਕ ਸਰਕਾਰ ਨੂੰ ਨਹੀਂ ਜਿਹੜਾ ਉਹ ਮਿਲਿਆ। ਦਸੰਬਰ 2018 ਦੇ ਵਿੱਚ ਪੰਚਾਇਤੀ ਚੋਣਾਂ ਤੋਂ ਬਾਅਦ ਪਿੰਡ ਦੇ ਵਿੱਚ
ਨਵੀਆਂ ਗ੍ਰਾਮ ਪੰਚਾਇਤਾਂ ਵੀ ਬਣ ਗਈਆਂ। ਪੁਰਾਣੀਆਂ ਪੰਚਾਇਤਾਂ ਤੋਂ ਕਰੋੜਾਂ ਰੁਪਈਏ ਦਾ ਹਿਸਾਬ ਜਿਹੜਾ ਜੀ ਉਹ ਲੈ ਕੇ ਸਮਾਜਿਕ ਸੁਰੱਖਿਆ ਵਿਭਾਗ ਜਿਹੜਾ ਜੀ ਉਹ ਇਸ ਵੇਲੇ ਤਰਲੋ ਮੱਛੀ ਹੋਣ ਡਿਆ ਕਿ ਇਹਨੂੰ ਹਿਸਾਬ ਕਿਤਾਬ ਜਿਹੜਾ ਜੀ ਉਹ ਕੋਈ ਦੇਵੇ ਉਹਦਾ। ਪਰ ਇਹ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਜੀ ਉਹ ਫੇਲ ਹੋ ਰਹੀਆਂ ਨੇ ਤੇ ਕਿਵੇਂ ਇਹ ਜਿਹੜਾ ਜੀ ਪੈਸੇ ਕਢਵਾਏ ਜਾਣ। ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਦੇ ਮਾਰਫਤ ਬੁਢਾਪਾ ਤੇ ਵਿਧਵਾ ਪੈਨਸ਼ਨ ਸਕੀਮ ਦੇ ਵਿੱਚ 15 ਤੋਂ ਵਿੱਚ 173 ਕਰੋੜ ਤੇ 20 ਲੱਖ ਰੁਪਈਆ ਜਾਰੀ ਕੀਤਾ ਸੀਗਾ, ਜਿਹਦੇ ਵਿੱਚ 7 ਕਰੋੜ 44 ਲੱਖ ਪੰਚਾਇਤਾਂ ਨੇ ਅੱਜ ਤੱਕ ਉਹਦਾ ਜਿਹੜਾ ਜੀ ਉਹ ਹਿਸਾਬ ਨਹੀਂ ਦਿੱਤਾ। ਇਸ ਤੋਂ ਬਾਅਦ 16 ਦੇ ਵਿੱਚ ਪੈਨਸ਼ਨ ਦੀ ਰਾਸ਼ੀ ਜਿਹੜੀ ਸੀਗੀ ਜੀ ਇਹ ਫਿਰ ਗ੍ਰਾਮ ਪੰਚਾਇਤਾਂ ਨੂੰ 730 ਕਰੋੜ 51 ਲੱਖ ਰੁਪਈਏ ਵੰਡੇ ਗਏ। ਇਹਦੇ ਵਿੱਚੋਂ ਸਿਰਫ 68 ਕਰੋੜ 86 ਲੱਖ ਰੁਪਈਏ ਦਾ ਖਰਚ ਜਿਹੜਾ ਜੀ ਉਹ ਪੰਚਾਇਤਾਂ ਨੇ ਹਿਸਾਬ ਨਹੀਂ ਦਿੱਤਾ ਔਰ 2 ਸਾਲ ਦੇ ਵਿੱਚ ਦਿੱਤੇ ਗਏ 903 ਕਰੋੜ ਰੁਪਈਏ ਦੇ ਵਿੱਚੋਂ 76 ਕਰੋੜ 30 ਲੱਖ ਰੁਪਈਏ ਦਾ ਹਿਸਾਬ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ। ਔਰ ਪੈਨਸ਼ਨ ਦੇ ਕਰੋੜਾਂ ਰੁਪਈਏ ਹਜ਼ਮ ਕਰਨ ਵਾਲੀਆਂ ਪੰਚਾਇਤਾਂ ਸਭ ਤੋਂ ਜ਼ਿਆਦਾ ਜਲੰਧਰ ਦੀਆਂ, ਇੱਥੋਂ 14 ਕਰੋੜ 73 ਲੱਖ ਰੁਪਈਏ ਦਾ ਹਿਸਾਬ ਕਿਤਾਬ ਨਹੀਂ ਮਿਲਿਆ। 16 ਤੋਂ ਬਾਅਦ ਪਿਛਲੇ 3 ਸਾਲਾਂ ਤੋਂ ਹਿਸਾਬ ਨਹੀਂ ਮਿਲਿਆ ਜੀ। ਦੂਜਾ ਨੰਬਰ ਡਿਸਟ੍ਰਿਕਟ ਸੰਗਰੂਰ ਦੀਆਂ ਪੰਚਾਇਤਾਂ ਦਾ, ਜਿੱਥੇ 10 ਕਰੋੜ 46 ਲੱਖ ਰੁਪਈਏ ਦਾ ਹਿਸਾਬ ਨਹੀਂ ਦਿੱਤਾ ਗਿਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਡਿਸਟ੍ਰਿਕਟ ਮੁਕਤਸਰ ਜਿਹੜਾ ਉੱਥੇ ਵੀ ਪੰਚਾਇਤਾਂ ਨੇ ਪੈਨਸ਼ਨ ਦੇ ਜਾਰੀ ਕੀਤੇ 7 ਕਰੋੜ 41 ਲੱਖ ਰੁਪਈਏ ਦਾ ਹਿਸਾਬ ਕਿਤਾਬ ਜਿਹੜਾ ਜੀ ਉਹ ਅਜੇ ਤੱਕ ਨਹੀਂ ਦਿੱਤਾ ਜੀ। ਤੇ ਅੱਗੇ ਗੱਲ ਕਰਦੇ ਆ ਇੱਕ ਮੈਰਿਜ ਪੈਲਸ ਮੇਰੇ ਖਿਆਲ ਖੰਨੇ ਦੇ ਵਿੱਚ ਹੀ ਹੈਗਾ ਆ, ਉੱਥੇ ਗੋਲੀ ਦੇ ਨਾਲ ਚਾਚੇ ਭਤੀਜੇ ਦੀ ਮੌਤ। ਦੇਖੋ ਇਹ ਅਜੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਇਆ, ਇਹ ਤੀਸਰਾ ਹਾਦਸਾ ਜਿਹੜਾ ਜੀ ਉਹ ਵਾਪਰ ਗਿਆ ਪੰਜਾਬ ਦੇ ਵਿੱਚ। ਅਜੇ ਆਪਾਂ ਪਿਛਲੇ ਕਈ ਦਿਨਾਂ ਤੋਂ ਗੱਲ ਜਿਹੜੀ ਜੀ ਉਹ ਡੀਜੇ ਵਾਲੇ ਦੇ ਕਤਲ ਦੀ ਕਰ ਰਹੇ ਹਾਂ ਕਿ ਵਿਆਹਾਂ ਦੇ ਵਿੱਚ ਕਿਵੇਂ ਗੋਲੀਆਂ ਜਿਹੜੀਆਂ ਦੀ ਉਹ ਚੱਲਦੀਆਂ। ਮੈਰਿਜ ਪੈਲਸ ਦੇ ਬਾਹਰ ਸਾਈਨ ਹਰੇਕ ਦੇ ਲੱਗਿਆ ਹੋਇਆ ਕਿ ਅੰਦਰ ਅਸਲਾ ਲੈ ਕੇ ਜਿਹੜਾ ਜੀ ਉਹ ਜਾਣਾ ਮਨਾ, ਅੰਦਰ ਜਾਂਦਾ ਵੀ ਆ। ਔਰ ਇਹ ਜਿਹੜਾ ਵਿਆਹ ਹੋ ਰਿਹਾ ਸੀ ਇੱਕ NRI ਦੇ ਬੇਟੀ ਦੀ ਮੈਰਿਜ ਜਿਹੜੀ ਹੈ ਜੀ ਉਹ ਦੱਸੀ ਜਾ ਰਹੀ ਆ, ਜਿੱਥੇ ਜਿਹੜਾ ਸਿੰਗਰ ਬੱਬੂ ਮਾਨ ਦਾ ਅਖਾੜਾ ਜਿਹੜਾ ਜੀ ਉਹ ਚੱਲ ਰਿਹਾ ਸੀਗਾ। ਉੱਥੇ ਇਹ ਜਿਹੜੀ ਪਹਿਲਾਂ ਤਕਰਾਰ ਸ਼ੁਰੂ ਹੋਈ ਤੂੰ ਮੈਂ ਤੋਂ ਮੁੜ ਕੇ ਜਿਹੜਾ ਸੀਗਾ ਜੀ ਉਹ ਹਥਿਆਰ ਨਿਕਲ ਆਏ। ਕਸ਼ਮੀਰ ਗਾਰਡਨ ਪੈਲੇਸ ਹੈ, ਇੱਥੇ NRI ਪਰਿਵਾਰ ਦਾ ਇਹ ਜਿਹੜਾ ਜੀ ਸਮਾਗਮ ਚੱਲ ਰਿਹਾ ਸੀਗਾ। ਔਰ ਜਦੋਂ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ ਤੇ ਉੱਥੇ ਭਗਦੜ ਜਿਹੜੀ ਸੀ ਉਹ ਮਚ ਗਈ। ਲੋਕ ਜਿਹੜੇ ਸੀ ਭੱਜਣ ਲੱਗੇ ਆਪਣੀ ਜਾਨ ਬਚਾਉਣ ਦੇ ਵਾਸਤੇ ਔਰ ਜਿਹੜਾ ਅਖਾੜਾ ਲਾ ਕੇ ਬੈਠੇ ਸੀ ਜੀ ਉਹਨੂੰ ਸਿਕਿਉਰਿਟੀ ਵਾਲੇ ਭਜਾ ਕੇ ਫਿਰ ਜਿਹੜਾ ਜੀ ਉਹ ਲੈ ਗਏ ਉੱਥੋਂ ਕਿਉਂਕਿ ਗੋਲੀ ਦਾ ਕੀ ਪਤਾ ਜੀ ਕਿਹਦੇ ਵੱਲ ਨੂੰ ਚੱਲ ਪੈਣੀ ਹੈ। ਜਿਹੜੀ ਗੋਲੀ ਸੀ ਇਹਦੇ ਨਾਲ 2 ਵਿਅਕਤੀ ਜਿਹੜੇ ਜੀ ਉਹ ਮਾਰੇ ਗਏ। ਇਹ ਚਾਚਾ ਭਤੀਜਾ ਦੱਸੇ ਜਾਂਦੇ ਆ। ਗੁਰਪ੍ਰੀਤ ਸਿੰਘ 28 ਸਾਲਾਂ ਦਾ ਸੀਗਾ, ਬਲਵੰਤ ਸਿੰਘ 50 ਸਾਲਾਂ ਦਾ। ਇਹਨਾਂ ਦੀ ਪਛਾਣ ਜਿਹੜੀ ਹੈ ਜੀ ਉਹ ਹੋਈ ਆ। ਜਿਹਨੇ ਗੋਲੀ ਮਾਰੀ ਆ ਉਹਦਾ ਨਾਮ ਜਗਜੀਤ ਸਿੰਘ ਜਿਹੜਾ ਜੀ ਉਹ ਦੱਸਿਆ ਜਾਂਦਾ, ਜਿਹੜਾ ਕਿ ਸਾਬਕਾ ਸਰਪੰਚ ਸੀਗਾ ਜੀ। ਔਰ ਪੁਲਿਸ ਨੇ 4 ਬੰਦਿਆਂ ਦੇ ਖਿਲਾਫ 302 ਦਾ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਜਿਹੜਾ ਦੱਸਿਆ ਜਾ ਰਿਹਾ। ਔਰ ਜਿਹੜੇ ਇਹ ਵੀ ਕਿਹਾ ਜਾ ਰਿਹਾ ਕਿ ਪੁਰਾਣੀ ਕੋਈ ਰੰਜਿਸ਼ ਜਿਹੜੀ ਉਹ ਸੀਗੀ ਜਿਹਦੇ ਕਰਕੇ ਇਹ ਪਹਿਲਾਂ ਜਿਹੜੇ ਫਸਦੇ ਜਿਹੜਾ ਜੀ ਉਹ ਰਹੇ ਆ। ਔਰ ਇਹ ਵੀ ਕਿਹਾ ਜਾ ਰਿਹਾ ਕਿ ਦੋਵੇਂ ਇਹ 2 ਸਿਆਸੀ ਪਾਰਟੀਆਂ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਨੇ। ਜਿਹੜੇ ਮਾਰੇ ਗਏ ਚਾਚਾ ਭਤੀਜਾ ਨੇ ਉਹ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਦੱਸੇ ਗਏ ਆ। ਜਗਜੀਤ ਸਿੰਘ ਜਿਹਨੇ ਗੋਲੀ ਚਲਾਈ ਆ ਉਹ ਅਕਾਲੀ ਪਾਰਟੀ ਦੇ ਨਾਲ ਸੰਬੰਧਿਤ ਜਿਹੜਾ ਜੀ ਉਹ ਦੱਸਿਆ ਗਿਆ। ਆਪਾਂ ਬਹੁਤ ਵਾਰੀ ਗੱਲ ਕੀਤੀ ਜਿਹੜੀਆਂ ਦੁਸ਼ਮਣੀਆਂ ਪੰਚਾਇਤਾਂ ਦੇ ਵਿੱਚ ਇਹਨਾਂ ਰਾਜਸੀ ਪਾਰਟੀਆਂ ਨੇ ਪਾਈਆਂ ਹੋਈਆਂ ਨੇ ਉਹ ਬਹੁਤ ਲੰਬੀਆਂ ਜਿਹੜੀਆਂ ਜੀ ਉਹ ਚੱਲਦੀਆਂ ਨੇ ਔਰ ਉਹਨਾਂ ਦੇ ਨਤੀਜੇ ਜਿਹੜੇ ਇਸੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਆ। ਇੱਕ ਦੂਸਰੇ ਇਹ ਕਿ ਜੋ ਕੁਝ ਇੱਥੇ ਪੰਜਾਬੀਆਂ ਦੇ ਸਿਰ ਨੂੰ ਜਿਹੜਾ ਜੀ ਉਹ ਚੜ ਗਿਆ ਹੋਇਆ ਨਾ ਜੀ, ਉਹ ਚਾਹੇ ਆਪਾਂ ਦੇਖ ਲਈਏ ਜੀ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਆ ਸਟੂਡੈਂਟ ਪੜ੍ਹਨ ਨੂੰ ਗਏ ਆ ਜੀ, ਉਹੀ ਕੁਝ ਉੱਥੇ ਜਾ ਕੇ ਜਦੋਂ ਉਹ ਦਿਖਾਉਂਦੇ ਤੇ ਆਪਾਂ ਨੂੰ ਇਹ ਲੱਗਦਾ ਕਿ ਇਹ ਪਤਾ ਨਹੀਂ ਉੱਥੇ ਜਾ ਕੇ ਹੀ ਕਰ ਰਿਹਾ। ਸੋ ਇੱਥੋਂ ਹੀ ਸਿੱਖ ਕੇ ਜਿਹੜਾ ਜੀ ਉਹ ਜਾਣ ਵਾਲੀ ਗੱਲ ਹੈ ਜੀ। ਇਹ ਜਿਹੜਾ ਜੱਟਵਾਦ ਹੈ ਨਾ ਜੀ ਉਹ ਸਿਰ ਚੜ ਕੇ ਬੋਲ ਰਿਹਾ, ਜਿਹੜਾ ਇੱਕ ਹੈਂਕੜ ਦਾ ਕਿੱਲਾ ਜਿਹੜਾ ਧੌਣ ਦੇ ਵਿੱਚ ਗੱਡਿਆ ਹੋਇਆ ਉਹ ਸਾਹ ਨਹੀਂ ਲੈਣ ਦੇ ਰਿਹਾ ਜੀ। ਇੱਕ ਵਾਰੀ ਕੁਝ ਸਮਾਂ ਪਹਿਲਾਂ ਇੱਕ ਗਾਣਾ ਜਿਹੜਾ ਜੀ ਉਹ ਚੱਲਦਾ ਹੁੰਦਾ ਸੀ, ਉਹਦੇ ਤੇ ਇਹ ਲੋਕ ਬੜਾ ਡਾਂਸ ਕਰਦੇ ਸਨ ਕਿ ਚਿੱਟੇ ਚਾਦਰੇ ਜ਼ਮੀਨਾਂ ਗਹਿਣੇ ਪੁੱਤ ਸਰਦਾਰਾਂ ਦੇ। ਔਰ ਹਾਲਾਤ ਜਿਹੜੇ ਨੇ ਨਾ ਉਹ ਪੰਜਾਬ ਦੇ ਕੀ ਨੇ ਉਹ ਤਾਂ ਕਿਸੇ ਤੋਂ ਲੁਕੇ ਛਿਪੇ ਨਹੀਂ, ਪਰ ਜੋ ਫੁਕਰਪੁਣਾ ਜਿਹੜਾ ਜੀ ਉਹ ਕਰਦੇ ਨੇ ਉਹਨੂੰ ਵੇਖ ਕੇ ਤਾਂ ਕੋਈ ਇਹ ਕਹਿ ਹੀ ਨਹੀਂ ਸਕਦਾ ਕਿ ਉਹੀ ਨੇ ਜਿਹੜੇ ਕਰਜ਼ੇ ਚੁੱਕ ਕੇ ਜਿਹੜਾ ਜੀ ਆਪਣੀ
ਫੋਕੀ ਜਿਹੜੀ ਸਰਦਾਰੀ ਆ ਉਹਦੀਆਂ ਟੌਰਾਂ ਮਾਰਦੇ ਫਿਰਦੇ ਨੇ। ਬਿਲਕੁਲ ਜੀ, ਗਾਉਣ ਵਾਲੇ ਵੀ ਤਾਂ ਚੰਗੀ ਫੂਕ ਦੇ ਦਿੰਦੇ ਆ, ਪਰ ਜੋ ਹਾਲਾਤ ਇਸ ਵੇਲੇ ਪੰਜਾਬ ਦੇ ਜੋ ਮਾਹੌਲ ਬਣਿਆ ਹੋਇਆ ਨਾ ਉਹ ਠੀਕ ਨਹੀਂ ਹੈਗਾ। ਅਤੇ ਅੱਗੇ ਗੱਲ ਕਰਦੇ ਹਾਂ ਕਿ ਇਹ ਤਾਂ ਤੁਸੀਂ ਇੱਕ ਤੋਂ ਦੂਜੀ ਪਾਰਟੀ ਦੀ ਗੱਲ ਕੀਤੀ ਆ ਵੀ ਇੰਨੇ ਬੈਰ ਵਿਰੋਧ ਆ, ਅਤੇ ਯੂਥ ਕਾਂਗਰਸ ਦੀਆਂ ਚੋਣਾਂ ਦੀ ਜੇ ਗੱਲ ਕਰੀਏ ਤਾਂ ਆਪਸ ਵਿੱਚ ਹੀ ਹਿੰਸਕ ਹੋ ਗਏ। ਯੂਥ ਕਾਂਗਰਸ ਦੀਆਂ ਚੋਣਾਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ ਇਸ ਵੇਲੇ ਪੰਜਾਬ ਦੇ ਵਿੱਚ। ਇੱਥੇ ਅੱਜ ਵੋਟਾਂ ਜਿਹੜੀਆਂ ਜੀ ਉਹ ਪਟਿਆਲੇ ਦੇ ਵਿੱਚ ਪੈਣੀਆਂ ਨੇ, ਕੱਲ੍ਹ ਲੁਧਿਆਣੇ ਪਈਆਂ ਸੀਗੀਆਂ। ਜਿਹੜਾ ਇੱਥੇ ਪਟਿਆਲੇ ਦੇ ਵਿੱਚੋਂ ਜਿਹੜੇ ਇੱਕ ਕੈਬਨਿਟ ਮੰਤਰੀ ਨੇ ਉਹਦਾ ਮੁੰਡਾ ਵੀ ਚੋਣ ਲੜ ਰਿਹਾ। ਜਿਹੜਾ ਉਹਨੇ ਮੈਸੇਜ ਦਿੱਤਾ ਕਾਂਗਰਸੀਆਂ ਨੂੰ, ਉਹ ਜਿਹੜਾ ਜੀ ਕਾਫੀ ਤੁਸੀਂ ਕਹਿ ਲਓ ਕਿ ਬਹੁਤੇ ਸਵਾਲਾਂ ਦਾ ਜਵਾਬ ਵੀ ਜਿਹੜਾ ਜੀ ਦਿੰਦਾ। ਉਹਨੇ ਮੈਸੇਜ ਜਿਹੜਾ ਕਾਂਗਰਸੀਆਂ ਨੂੰ ਦਿੱਤਾ ਕਿ ਇਹ ਆਪਣੀਆਂ ਆਪਸੀ ਚੋਣਾਂ ਨੇ, ਇਸ ਕਰਕੇ ਹਿੰਸਾ ਜਿਹੜੀ ਦੀ ਉਹ ਨਾ ਕਰਨੀ। ਭਾਵ ਕਿ ਜੇ ਆਮੋ ਸਾਹਮਣੇ ਦੀਆਂ ਹੋਣਗੀਆਂ ਤੇ ਫਿਰ ਜਿਹੜੀ ਆ ਜੀ ਉਹ ਹਿੰਸਾ ਜ਼ਰੂਰ ਹੋ ਸਕਦੀ ਹੈ। ਮਤਲਬ ਕਿ ਆਪਸੀ ਚੋਣਾਂ ਨੇ, ਇਸ ਕਰਕੇ ਹਿੰਸਾ ਨਾ ਕਰੋ। ਇਹ ਮੈਸੇਜ ਹੀ ਦੱਸਦਾ ਕਿ ਹਿੰਸਾ ਦੀਆਂ ਜਿਹੜੀਆਂ ਜੀ ਉਹ ਘਟਨਾਵਾਂ ਬਾਕੀ ਜਗ੍ਹਾ ਦੇ ਉੱਤੇ ਵਾਪਰੀਆਂ ਤੇ ਵਾਪਰ ਵੀ ਜਿਹੜੀਆਂ ਹੋ ਸਕਦੀਆਂ ਨੇ। ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਜਿਹੜੀਆਂ ਜੀ ਲੁਧਿਆਣੇ ਦੇ ਵਿੱਚ ਵੀ ਇਹ ਹਿੰਸਕ ਹੋ ਗਈਆਂ। ਕਾਂਗਰਸ ਦੇ ਦੋ ਧੜੇ ਜਿਹੜੇ ਸੀ ਉਹ ਆਪਸ ਦੇ ਵਿੱਚ ਭਿੜੇ, ਔਰ ਇੱਕ ਜਿਹੜਾ ਧੜਾ ਸੀਗਾ ਜੀ ਉਹਨੇ ਹਵਾਈ ਫਾਇਰ ਵੀ ਕੀਤੇ, ਜਿਹਦੇ ਨਾਲ ਇੱਕ ਵੋਟਰ ਜਿਹੜਾ ਉਹ ਫੱਟੜ ਹੋਣ ਦੀ ਖਬਰ ਜਿਹੜੀ ਜੀ ਉਹ ਹੈ। ਆਤਮ ਨਗਰ ਦੇ ਵਿੱਚ ਯੂਥ ਕਾਂਗਰਸ ਦੀਆਂ ਚੋਣਾਂ ਦੇ ਦੌਰਾਨ ਜਾਅਲੀ ਵੋਟਾਂ ਨੂੰ ਲੈ ਕੇ ਦੋ ਕਾਂਗਰਸੀ ਧੜੇ ਜਿਹੜੇ ਸੀ ਉਹ ਆਪਸ ਦੇ ਵਿੱਚ ਭਿੜੇ। 5 ਰੌਂਦ ਗੋਲੀ ਦੇ ਜਿਹੜੇ ਜੀ ਉਹ ਚਲਾਏ ਗਏ ਦੱਸਿਆ ਜਾਂਦਾ, ਔਰ ਗੋਲੀ ਉਮੀਦਵਾਰ ਮਨਰਾਜ ਠਕਰਾਲ ਦੇ ਸਮਰਥਕਾਂ ਦੇ ਵੱਲੋਂ ਚਲਾਈ ਗਈ, ਜਿਹਦੇ ਕਰਕੇ ਵੋਟ ਪਾਉਣ ਆਇਆ ਜਤਿੰਦਰ ਸਿੰਘ ਰਾਜੂ ਨਾਂ ਦਾ ਵਿਅਕਤੀ ਜਿਹੜਾ ਸੀਗਾ ਜੀ ਉਹ ਜ਼ਖਮੀ ਹੋ ਗਿਆ, ਜਿਹਨੂੰ ਹਸਪੀਟਲ ਦੇ ਵਿੱਚ ਦਾਖਲ ਜਿਹੜਾ ਜੀ ਉਹ ਕਰਵਾਇਆ ਗਿਆ। ਪੁਲਿਸ ਵੀ ਜਿਹੜਾ ਜੀ ਉਹ ਮੌਕੇ ਦੇ ਉੱਤੇ ਪਹੁੰਚੀ। ਕਾਂਗਰਸੀ ਵਰਕਰ ਜਿਹੜੇ ਸੀ ਉਹ ਆਪਣੇ ਸਮਰਥਕਾਂ ਦੇ ਹੱਕ ਦੇ ਵਿੱਚ ਪੋਲਿੰਗ ਸਟੇਸ਼ਨ ਦੇ ਬਾਹਰ ਜਿਹੜਾ ਸੀਗੇ ਜੀ ਉਹ ਇਕੱਠੇ ਹੋ ਗਏ। ਇਹਨਾਂ ਨੂੰ ਰੋਕਣ ਦੇ ਵਾਸਤੇ ਜਿਹੜਾ ਜੀ ਉਹ ਪੁਲਿਸ ਨੇ ਉੱਥੇ ਕੋਸ਼ਿਸ਼ ਕੀਤੀ। ਇੱਕ ਜਿਹੜਾ ਗੁਰਪ੍ਰੀਤ ਗੋਪੀ ਹੈ ਜੀ, ਕਾਂਗਰਸੀ ਆਗੂ ਹੈ ਜੀ, ਇਹਨੂੰ ਜਿਹੜਾ ਸੀ ਗ੍ਰਿਫਤਾਰ ਵੀ ਬਾਅਦ ਵਿੱਚ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। ਹਾਲਾਂਕਿ ਕਾਂਗਰਸੀਆਂ ਨੇ ਬਾਅਦ ਦੇ ਵਿੱਚ ਜਿਹੜਾ ਜੀ ਇਹਨੂੰ ਛੁਡਵਾ ਲਿਆ, ਔਰ ਜਿਹੜੇ ਉੱਥੇ ਪੁਲਿਸ ਨੇ ਲਾਠੀ ਚਾਰਜ ਵੀ ਜਿਹੜਾ ਜੀ ਉਹ ਕੀਤਾ, ਕਿਉਂਕਿ ਕਾਂਗਰਸੀ ਜਿਹੜੇ ਸੀ ਉਹ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਸੀਗੇ। ਜਿਹੜਾ ਇੱਥੇ ਪ੍ਰਧਾਨ ਦੇ ਅਹੁਦੇ ਲਈ ਲੜ ਰਿਹਾ ਮਨਰਾਜ ਠਕਰਾਲ ਤੇ ਅਸ਼ਵਨੀ ਕੁਮਾਰ ਚੋਣ ਮੈਦਾਨ ਦੇ ਵਿੱਚ ਨੇ ਜੀ, ਔਰ ਇਹਦੇ ਉਹਨਾਂ ਦੇ ਜਿਹੜੇ ਸਾਥੀ ਸੀਗੇ ਜੀ ਉਹਨਾਂ ਦੇ ਵਿਚਾਲੇ ਇਹ ਸਾਰੀਆਂ ਜਿਹੜੀਆਂ ਉਹ ਝੜਪਾਂ ਹੋਈਆਂ ਨੇ। ਹਾਲਾਂਕਿ ਉਮੀਦਵਾਰ ਜਿਹੜੇ ਨੇ ਉਹ ਕਹਿੰਦੇ ਉਹਨਾਂ ਨੇ ਕੋਈ ਗੋਲੀ ਨਹੀਂ ਚਲਾਈ। ਪੋਲਿੰਗ ਸਟੇਸ਼ਨ ਦੇ ਬਾਹਰ CCTV ਕੈਮਰਾ ਲੱਗਿਆ, ਉਹਦੀ ਫੁਟੇਜ ਕੋਈ ਜਿਹੜੇ ਜੀ ਉਹ ਚੈੱਕ ਕਰ ਸਕਦਾ, ਜਦੋਂ ਕਿ ਪੁਲਿਸ ਨੇ ਕੁਝ ਖਾਲੀ ਖੋਲ ਜਿਹੜੇ ਆ ਜੀ ਉੱਥੋਂ ਬਰਾਮਦ ਕੀਤੇ ਆ। ਜਿਹਦੇ ਮੁੱਢਲੀਆਂ ਚੋਣਾਂ ਨੇ, ਕਿਉਂਕਿ ਅੰਦਰੂਨੀ ਚੋਣਾਂ ਨੇ, ਮੁੱਢਲੀਆਂ ਨੇ, ਜੇ ਉਹ ਹਿੰਸਾ ਦੇ ਨਾਲ ਹੋ ਰਹੀਆਂ ਨੇ ਤੇ ਫਿਰ ਅੱਗੋਂ ਜਾ ਕੇ ਇਸ ਕਿਸਮ ਦੇ ਨੇਤਾ ਬਣਨੇ ਨੇ, ਔਰ ਗੈਂਗਸਟਰ ਦੀ ਲੋੜ ਜਿਹੜੀ ਗੈਂਗਸਟਰਾਂ ਦੀ ਆ ਉਹ ਫਿਰ ਕਿਹਨਾਂ ਨੂੰ ਪੈਂਦੀ ਹੈ ਜੀ। ਇਹ ਮੇਰਾ ਖਿਆਲ ਕਾਫੀ ਹੱਦ ਤੱਕ ਇਹ ਚੀਜ਼ਾਂ ਜਿਹੜੀਆਂ ਜੀ ਉਹ ਕਲੀਅਰ ਕਰਦੀਆਂ ਨੇ ਜੋ ਇਹ ਕਰ ਰਹੇ ਨੇ। ਜੀ ਜੀ ਜੀ, ਇਹ ਕੁਛ ਹੀ ਅੱਗੇ ਜਾ ਕੇ ਹੁੰਦਾ ਜੀ। ਅਤੇ ਅੱਗੇ ਗੱਲ ਕਰਦੇ ਹਾਂ ਨਾਗਰਿਕਤਾ ਸੋਧ ਬਿੱਲ, ਉਹ ਵੀ ਪ੍ਰਵਾਨ ਹੋਇਆ। ਐਕਚੁਅਲੀ ਜੀ ਇਹ ਜਿਹੜਾ ਜੀ ਇਹਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਆ। ਹਾਲਾਂਕਿ ਵਿਰੋਧੀ ਧਿਰਾਂ ਇਸ ਬਿੱਲ ਦਾ ਵਿਰੋਧ ਕਰ ਰਹੀਆਂ ਨੇ। ਇਸ ਬਿੱਲ ਦੇ ਵਿੱਚ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਤੋਂ ਸ਼ਰਨਾਰਥੀਆਂ ਦੇ ਵਜੋਂ ਆਏ ਉਹਨਾਂ ਗੈਰ ਮੁਸਲਿਮ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਤਜਵੀਜ਼ ਆ ਜਿਨ੍ਹਾਂ ਨੂੰ ਧਾਰਮਿਕ ਤਸ਼ੱਦਦ ਝੱਲਣਾ ਪਿਆ ਹੋਵੇ। ਵਿਰੋਧੀ ਧਿਰਾਂ ਨੇ ਇਸ ਬਿੱਲ ਨੂੰ ਵੰਡ ਪਾਊ ਜਿਹੜਾ ਜੀ ਉਹ ਤੇ ਫਿਰਕੂ ਕਰਾਰ ਦਿੰਦਿਆਂ ਹੋਇਆਂ ਭਾਜਪਾ ਦੇ ਵਿਚਾਰਧਾਰਕ ਪ੍ਰੋਜੈਕਟ ਦਾ ਇੱਕ ਹਿੱਸਾ ਜਿਹੜਾ ਜੀ ਉਹ ਦੱਸਿਆ, ਜਦੋਂ ਕਿ ਜਿਹੜਾ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਉਹਨੇ ਇਹ ਕਿਹਾ ਕਿ ਸਰਕਾਰ ਭਾਰਤ ਦੇ ਵਿੱਚ ਹਰ ਕਿਸੇ ਦੇ ਹਿੱਤਾਂ ਦਾ ਖਿਆਲ ਜਿਹੜਾ ਜੀ ਉਹ ਰੱਖੂਗੀ। ਉਹਨਾਂ ਨੂੰ ਜਦੋਂ ਇਸ ਮੁੱਦੇ ਦੇ ਉੱਤੇ ਹੋਣ ਵਾਲੇ ਸੰਭਾਵੀ ਰੋਸ ਮੁਜ਼ਾਹਰਿਆਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਦੇਸ਼ ਦੇ ਹਿੱਤ ਦੇ ਵਿੱਚ ਸਾਰੇ ਇਸ ਬਿੱਲ ਦਾ ਸਵਾਗਤ ਜਿਹੜਾ ਜੀ ਉਹ ਕਰਨਗੇ। 2 ਦਿਨਾਂ ਦੇ ਅੰਦਰ ਸੰਸਦ ਦੇ ਵਿੱਚ ਪੇਸ਼ ਇਹਨੂੰ ਕੀਤਾ ਜਾਊਗਾ। ਅਗਲੇ ਹਫ਼ਤੇ ਇਸ ਬਿੱਲ ਨੂੰ ਪਾਸ ਕਰਾਉਣ ਲਈ ਸਰਕਾਰ ਜਿਹੜੀ ਅੱਗੇ ਵਧਾਊਗੀ। ਕਾਂਗਰਸ, ਤ੍ਰਿਣਮੂਲ ਕਾਂਗਰਸ ਸਣੇ ਕੁਝ ਵਿਰੋਧੀ ਧਿਰਾਂ ਨੇ ਇਸ ਬਿੱਲ ਦੀ ਤਿੱਖੀ ਆਲੋਚਨਾ ਜਿਹੜੀ ਹੈ ਜੀ ਉਹ ਕੀਤੀ ਆ। ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਇਹ ਕਿਹਾ ਜੀ ਕਿ ਇਹ ਬਿੱਲ ਸੰਵਿਧਾਨ ਦੇ ਬੁਨਿਆਦੀ ਸਿਧਾਂਤ ਨੂੰ ਖੋਰਾ ਜਿਹੜਾ ਜੀ ਉਹ ਲਾਉਂਦਾ। ਇਹ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਬਿੱਲ ਗੈਰ ਸੰਵਿਧਾਨਿਕ ਹੈ, ਕਿਉਂਕਿ ਇਸ ਬਿੱਲ 'ਚ ਭਾਰਤ ਦੇ ਮੂਲ ਸਿਧਾਂਤ ਦੀ ਉਲੰਘਣਾ ਜਿਹੜੀ ਹੈ ਜੀ ਆ। ਉਹ ਲੋਕ ਜੋ ਇਹ ਮੰਨਦੇ ਨੇ ਕਿ ਧਰਮ ਦੇ ਆਧਾਰ ਦੇ ਉੱਤੇ ਦੇਸ਼ ਦਾ ਫੈਸਲਾ ਹੋਣਾ ਚਾਹੀਦਾ, ਇਸੇ ਆਧਾਰ ਦੇ ਉੱਤੇ ਪਾਕਿਸਤਾਨ ਜਿਹੜਾ ਜੀ ਉਹ ਬਣਿਆ ਸੀਗਾ।
ਉਹਨਾਂ ਨੇ ਕਿਹਾ ਕਿ ਅਸੀਂ ਇਹ ਹਮੇਸ਼ਾ ਇਹ ਤਰਕ ਦਿੱਤਾ ਹੈ ਕਿ ਰਾਸ਼ਟਰ ਦਾ ਸਾਡਾ ਉਹ ਵਿਚਾਰ ਹੈ ਜੋ ਵੱਡ ਵਡੇਰਿਆਂ ਨੇ ਜਿਹੜਾ ਜੀ ਉਹ ਦਿੱਤਾ ਸੀਗਾ ਜੀ। ਜਿਹੜੀ CPIM ਹੈ ਉਹਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਇਹ ਕਿਹਾ ਕਿ ਇਹ ਬਿੱਲ ਗੈਰ ਸੰਵਿਧਾਨਿਕ ਹੈ ਤੇ ਇਹਨੂੰ ਪ੍ਰਵਾਨ ਨਹੀਂ ਜਿਹੜਾ ਜੀ ਉਹ ਕੀਤਾ ਜਾ ਸਕਦਾ। ਇਹਦੇ ਵਿੱਚ ਐਕਚੁਅਲੀ ਜਿਹੜੀ ਕਿੰਤੂ ਪਰੰਤੂ ਆ ਉਹ ਇਸ ਗੱਲ ਨੂੰ ਲੈ ਕੇ ਹੈ ਕਿ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਤੋਂ ਆਏ ਜਿਹੜੇ ਸ਼ਰਨਾਰਥੀ ਨੇ ਉਹਨਾਂ 'ਚ ਕੋਈ ਮੁਸਲਿਮ ਨਾ ਹੋਵੇ, ਗੈਰ ਮੁਸਲਿਮ ਜਿਹੜੇ ਨੇ ਉਹਨਾਂ ਨੂੰ ਨਾਗਰਿਕਤਾ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਇਸ ਕਰਕੇ ਵੰਡੀਆਂ ਪਾਉਣ ਵਾਲਾ ਜਿਹੜਾ ਜੀ ਉਹ ਹੋ ਸਕਦਾ। ਇਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਹਿੰਦੂ, ਸਿੱਖ, ਜੈਨ, ਬੋਧੀ, ਪਾਰਸੀ, ਈਸਾਈ ਉਹਨਾਂ ਨੂੰ ਨਾਗਰਿਕਤਾ ਮਿਲ ਸਕਦੀ ਹੈ ਜਿਹੜੇ ਇਹਨਾਂ ਮੁਲਕਾਂ ਤੋਂ ਇੱਥੇ ਸ਼ਰਨਾਰਥੀ ਦੇ ਤੌਰ ਦੇ ਉੱਤੇ ਆਏ ਨੇ। ਪਰ ਜੇ ਉਹਨਾਂ ਦੇ ਵਿੱਚ ਕੋਈ ਮੁਸਲਿਮ ਹੈ ਤੇ ਉਹਨੂੰ ਇਹ ਨਾਗਰਿਕਤਾ ਨਹੀਂ। ਸਿੱਧਾ ਕੰਮ ਆ। ਤੇ ਸ਼ਾਮਲਾਟਾਂ ਦੀ ਗੱਲ ਆਪਾਂ ਕਾਫੀ ਦਿਨਾਂ ਤੋਂ ਕਰਦੇ ਆਏ ਹਾਂ ਕਿ ਜਿਹੜੀਆਂ ਸ਼ਾਮਲਾਟਾਂ ਆ ਉਹਨਾਂ ਤੇ ਸਰਕਾਰ ਦਾ ਕਬਜ਼ਾ ਹੋ ਜਾਊਗਾ, ਹਜ਼ਾਰਾਂ ਏਕੜਾਂ ਦੇ ਹਿਸਾਬ ਦੇ ਨਾਲ ਜਾਊਗੀ, ਪਰ ਹੁਣ ਉਹਨਾਂ ਦੇ ਖਿਲਾਫ ਲਾਮਬੰਦੀ ਹੋਣ ਲੱਗੀ। ਦੇਖੋ ਇਹ ਗੱਲ ਮਗਨ ਤਾਂ ਜਿਹੜੀ ਇਹਦੀ ਉਹ ਲੱਗੀ ਆ ਕਾਫੀ ਹੱਦ ਤੱਕ। ਹੌਲੀ ਹੌਲੀ ਜਿਹੜੀਆਂ ਸਿਆਸੀ ਪਾਰਟੀਆਂ ਨੇ, ਵਿਰੋਧੀ ਪਾਰਟੀਆਂ, ਉਹਨਾਂ ਦੀ ਲਾਮਬੰਦੀ ਔਰ ਉਹਨਾਂ ਦੇ ਵੱਲੋਂ ਇਹ ਗੱਲ ਜਿਹੜੀ ਹੈ ਜੀ ਉਹ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਵਿਰੋਧੀ ਧਿਰ ਜਿਹੜੀ ਹੈ ਜੀ ਆਮ ਆਦਮੀ ਪਾਰਟੀ ਬੇਸ਼ੱਕ ਇੰਨੀ ਦਿਨੀ ਕਹੋ ਕਾਗਜ਼ੀ ਵਿਰੋਧੀ ਧਿਰ ਹੈ। ਉਂਝ ਤਾਂ ਜਿਹੜਾ ਜੀ ਕੋਈ ਬਹੁਤੀ ਸਰਗਰਮੀ ਦੀਦੀ ਨਹੀਂ ਗਈ ਕਾਗਜ਼ਾਂ ਦੇ ਵਿੱਚ ਹੀ ਸਹੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਇਹਦਾ ਵਿਰੋਧ ਜਿਹੜਾ ਜੀ ਉਹ ਕਰਨਗੇ ਔਰ ਲੋਕਾਂ ਨੂੰ ਲਾਮਬੰਦ ਇਸ ਮਾਮਲੇ ਦੇ ਉੱਤੇ ਜਿਹੜਾ ਉਹ ਕਰਨਗੇ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਜਿਹੜੀ ਹੈ ਜੀ ਉਹਨਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤੀ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾਣ ਦੇ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਹੋਇਆ ਤਿੱਖੇ ਸੰਘਰਸ਼ ਦਾ ਐਲਾਨ ਜਿਹੜਾ ਜੀ ਉਹ ਕੀਤਾ ਔਰ ਇਹ ਕਿਹਾ ਗਿਆ ਹੈ ਕਿ 13 ਤੋਂ 18 ਦਸੰਬਰ ਤੱਕ ਡਿਸਟ੍ਰਿਕਟ ਸੰਗਰੂਰ ਦੇ ਵਿੱਚ 5 ਮੁੱਖ ਸੜਕਾਂ ਜਿਹੜੀਆਂ ਜੀ ਉਹ ਜਾਮ ਕੀਤੀਆਂ ਜਾਣਗੀਆਂ ਔਰ ਜੇਕਰ ਪੰਜਾਬ ਸਰਕਾਰ ਨੇ ਇਹ ਜਿਹੜਾ ਜੀ ਫੈਸਲਾ ਵਾਪਸ ਨਾ ਲਿਆ ਤਾਂ ਸੂਬਾ ਪੱਧਰੀ ਜਿਹੜਾ ਜੀ ਉਹ ਸੰਘਰਸ਼ ਉਲੀਕਿਆ ਜਾਊਗਾ। ਉਧਰ ਜਿਹੜੀਆਂ ਖੱਬੀਆਂ ਪਾਰਟੀਆਂ ਨੇ ਜੀ ਉਹਨਾਂ ਨੇ ਵੀ ਇਸ ਮਾਮਲੇ ਦੇ ਉੱਤੇ ਇਕਜੁੱਟਤਾ ਜਿਹੜੀ ਹੈ ਜੀ ਉਹ ਵਿਖਾਈ ਹੈ ਔਰ ਮੀਟਿੰਗ ਜਿਹੜੀ ਹੋਈ ਹੈ ਜੀ ਇਹਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਪੰਚਾਇਤੀ ਜ਼ਮੀਨਾਂ ਨੂੰ ਅਕਵਾਇਰ ਕਰਨ ਦੇ ਫੈਸਲੇ ਦਾ ਜਿਹੜਾ ਜੀ ਉਹ ਸਖਤ ਵਿਰੋਧ ਕਰਦੇ ਆ ਔਰ ਇਹ ਜ਼ਮੀਨਾਂ ਪਿੰਡਾਂ ਦੇ ਲੋਕਾਂ ਦੀਆਂ ਸਾਂਝੀਆਂ ਤੇ ਪਿੰਡ ਦੇ ਵਿਕਾਸ ਦੇ ਵਾਸਤੇ। ਇਸ ਕਰਕੇ ਸਰਕਾਰ ਇਸ ਲੋਕ ਵਿਰੋਧੀ ਫੈਸਲੇ ਨੂੰ ਵਾਪਸ ਜਿਹੜੀ ਹੈ ਜੀ ਉਹ ਲਵੇ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਹ ਸਰਕਾਰ ਜਿਹੜੀ ਦੀ ਉਹ ਵਾਪਸ ਨਹੀਂ ਲੈਂਦੀ ਤਾਂ 8 ਤਰੀਕ ਨੂੰ ਜਿਹੜੀ ਖੱਬੀਆਂ ਪਾਰਟੀਆਂ ਜਿਹੜੀਆਂ ਨੇ ਉਹ ਸਾਂਝੇ ਤੌਰ ਦੇ ਉੱਤੇ ਅਗਲਾ ਸੰਘਰਸ਼ ਜਿਹੜਾ ਦੀ ਉਹ ਲੋਕਾਂ ਨੂੰ ਜਿਹੜਾ ਉਹ ਦੇਣਗੀਆਂ। ਔਰ ਇਹ ਵੀ ਇਹਨਾਂ ਨੇਤਾਵਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਨੇ ਦੇਸ਼ ਦੇ ਸਰਕਾਰੀ ਤੇ ਪਬਲਿਕ ਅਦਾਰੇ ਨਿੱਜੀ ਕੰਪਨੀਆਂ ਨੂੰ ਵੇਚਣ ਦਾ ਰਾਹ ਜਿਹੜਾ ਦੀ ਉਹ ਚੁਣਿਆ ਹੋਇਆ ਔਰ ਇੱਥੇ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਪਿੰਡਾਂ ਦੀਆਂ ਜ਼ਮੀਨਾਂ ਹੀ ਹੁਣ ਹੜੱਪ ਕਰਨ ਦੇ ਵੱਲ ਨੂੰ ਜਿਹੜਾ ਜੀ ਉਹ ਤੁਰ ਪਈ। ਤਾਂ 2-3 ਦਿਨ ਤੋਂ ਇਹਦੇ ਜਿਹੜਾ ਜੀ ਵਿਸਥਾਰ ਵੀ ਸਾਰਾ ਦੱਸਦੇ ਆ ਰਹੇ ਆ ਕਿ ਇਹਦਾ ਅਸਰ ਜਿਹੜਾ ਜੀ ਉਹ ਕੀ ਪੈਣਾ ਹੈ ਕਿਉਂਕਿ ਪਿੰਡਾਂ ਦੀ ਇਹ ਪ੍ਰਾਪਰਟੀ ਦੇ ਨਾਲ ਪਿੰਡਾਂ ਦਾ ਵਿਕਾਸ ਹੁੰਦਾ ਹੈ। ਇੱਥੋਂ ਤੱਕ ਹੀ ਸੀਮਤ ਨਹੀਂ, ਵਿਕਾਸ ਤੱਕ ਹੀ ਬਲਕਿ ਕੁਝ ਜਿਹੜੀਆਂ ਪੰਚਾਇਤਾਂ ਦੇ ਨਾਲ ਜਿਹੜੇ ਮਹਿਕਮੇ ਕੰਮ ਕਰਦੇ ਨੇ ਉਹਨਾਂ ਦੀਆਂ ਤਨਖਾਹਾਂ ਵੀ ਇਹਨਾਂ ਜ਼ਮੀਨਾਂ ਤੋਂ ਨਿਕਲਦੀਆਂ ਨੇ। ਜੇ ਇੱਕ ਵਾਰੀ ਸਰਕਾਰ ਨੇ ਇਹ ਜ਼ਮੀਨਾਂ ਜਿਹੜੀਆਂ ਜੀ ਉਹ ਹੜਪ ਲਈਆਂ ਤਾਂ ਪਿੰਡਾਂ ਦਾ ਵਿਕਾਸ ਜਿਹੜਾ ਜੀ ਉਹ ਮੁਕੰਮਲ ਰੂਪ ਦੇ ਵਿੱਚ ਰੁਕ ਜਾਊਗਾ। ਰਹਿ ਨਾ ਜਾਵੇ ਲੋਕਾਂ ਦੇ ਕੋਲ ਕੁਛ ਚੀਜ਼, ਆਹ ਹਾਲਾਤ ਲੱਗਦੇ ਆ। ਤੇ ਅੱਗੇ ਪੰਜਾਬ ਦੇ ਪਾਣੀ ਦੀ ਜੇ ਗੱਲ ਕਰੀਏ, ਰੌਲਾ ਕਾਫੀ ਟਾਈਮ ਤੋਂ ਪੈ ਰਿਹਾ, ਹੁਣ ਇਹ ਅੰਮ੍ਰਿਤ ਨਹੀਂ ਰਿਹਾ। ਸਰਕਾਰ ਜਿਹੜੀ ਹੈ ਜੀ ਉਹਨੇ ਹਾਲਾਂਕਿ ਕੱਲ ਜਲ ਨਿਗਰਾਨ ਤੇ ਵਿਕਾਸ ਅਥਾਰਟੀ ਜਿਹੜੀ ਆ ਉਹ ਕਾਇਮ ਕੀਤੀ ਆ। ਇਹਦੇ ਨਾਲ ਜਿਹੜਾ ਪੀਣ ਵਾਲੇ ਤੇ ਘਰੇਲੂ ਪਾਣੀ ਦਾ ਜਿਹੜਾ ਵਰਤੋਂ ਆ ਜੀ ਉਹਦੀ ਪਾਣੀ ਦੀ ਨਿਕਾਸੀ ਦੇ ਉੱਤੇ ਰੋਕ ਜਾਂ ਦਰ ਲਾਉਣ ਦਾ ਅਧਿਕਾਰ ਜਿਹੜਾ ਜੀ ਉਹ ਨਹੀਂ ਹੋਊਗਾ ਇਹਦੇ ਵਾਸਤੇ ਔਰ ਇਹ ਹਦਾਇਤਾਂ ਜਿਹੜੀਆਂ ਜੀ ਉਹ ਜਾਰੀ ਕਰੂਗੀ। ਖਾਸ ਤੌਰ ਦੇ ਉੱਤੇ ਜਿਹੜੀਆਂ ਫੈਕਟਰੀਆਂ ਵਗੈਰਾ ਧਰਤੀ ਹੇਠੋਂ ਪਾਣੀ ਜਿਹੜਾ ਜੀ ਉਹ ਕੱਢਦੀਆਂ ਨੇ ਉਹਨਾਂ ਨੂੰ ਜਿਹੜਾ ਜੀ ਉਹ ਰੋਕਿਆ ਜਾਊਗਾ। ਕਿਵੇਂ ਇਹ ਅਥਾਰਟੀ ਜਿਹੜੀ ਆ ਜੀ ਅਜੇ ਦੱਸੂਗੀ। ਇਹ ਉਦੋਂ ਆ ਰਿਹਾ ਜੀ ਜਦੋਂ ਪਾਣੀ ਤਕਰੀਬਨ ਮੁੱਕਣ ਕੰਢੇ ਜਿਹੜਾ ਜੀ ਉਹ ਹੋ ਗਿਆ ਤੇ ਜਿਹੜਾ ਹੈਗਾ ਬਚਦਾ ਉਹਦੇ ਹਾਲਾਤ ਜਿਹੜੇ ਜੀ ਉਹ ਕੀ ਨੇ। ਕਿਸੇ ਟਾਈਮ ਇਹ ਪਾਣੀ ਅੰਮ੍ਰਿਤ ਕਿਹਾ ਜਾਂਦਾ ਹੁੰਦਾ ਸੀਗਾ ਪੰਜਾਬ ਦਾ। ਬੇਸ਼ੱਕ ਪੰਜਾਬ ਦੇ ਵਿੱਚ ਕੋਈ ਬਹੁਤ ਵੱਡਾ ਸਨਅਤੀ ਖਿੱਤਾ ਨਹੀਂ ਹੈਗਾ, ਫਿਰ ਵੀ ਧਰਤੀ ਹੇਠਲਾ ਪਾਣੀ ਜਿਹੜਾ ਜੀ ਉਹ ਪੀਣ ਯੋਗ ਨਹੀਂ ਰਿਹਾ। ਬਾਕੀ ਰਾਜਾਂ ਦੀ ਜਿਹੜੀ ਤਸਵੀਰ ਆ ਜੀ ਉਹ ਇੰਨੀ ਡਰਾਉਣੀ ਨਹੀਂ ਜਿੰਨੀ ਪੰਜਾਬ ਦੀ ਆ। ਪੰਜਾਬ ਦੇ ਵਿੱਚ 1853 ਇਸ ਤਰ੍ਹਾਂ ਦੇ ਪਿੰਡਾਂ ਦੀ ਸ਼ਨਾਖਤ ਹੋਈ ਆ
ਜਿੱਥੋਂ ਧਰਤੀ ਹੇਠਲੇ ਪਾਣੀ ਦੇ ਵਿੱਚ ਭਾਰੀ ਧਾਤਾਂ ਮੌਜੂਦ ਨੇ ਜਿਹੜੀਆਂ ਕਿ ਮਨੁੱਖੀ ਸਿਹਤ ਲਈ ਹਾਨੀਕਾਰਕ ਨੇ। ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਜਿਹੜੇ ਲੇਟੈਸਟ ਰਿਪੋਰਟ ਆਈ ਆ ਉਹਦੇ ਅਨੁਸਾਰ ਪੰਜਾਬ ਦੇ 455 ਪਿੰਡਾਂ ਦੇ ਧਰਤੀ ਹੇਠਲੇ ਪਾਣੀ ਦੇ ਵਿੱਚ ਯੂਰੇਨੀਅਮ ਦੀ ਜਿਹੜੀ ਉਹ ਮਾਤਰਾ ਬਹੁਤ ਵਧੀਆ। ਯੂਰੇਨੀਅਮ ਨੇ ਇਹਨਾਂ ਪਿੰਡਾਂ ਦੀ ਜ਼ਿੰਦਗੀ ਦਾਅ ਤੇ ਲਾ ਦਿੱਤੀ। ਦੇਸ਼ ਦੇ ਕਿਸੇ ਹੋਰ ਰਾਜ ਦੇ ਵਿੱਚ ਪਾਣੀ ਇਉਂ ਖਰਾਬ ਨਹੀਂ ਆ। ਇਸ ਮਾਮਲੇ 'ਚ ਭਾਵੇਂ ਪੱਛਮੀ ਬੰਗਾਲ ਦਾ ਨਾਮ ਬੋਲਦਾ ਪਰ ਉੱਥੇ ਵੀ ਸਿਰਫ 254 ਪਿੰਡਾਂ ਦੇ ਧਰਤੀ ਹੇਠਲੇ ਪਾਣੀ ਦੇ ਵਿੱਚ ਭਾਰੀ ਧਾਤਾਂ ਨੇ। ਸਤਲੁਜ ਦਾ ਪਾਣੀ ਰਾਜਸਥਾਨ ਦੇ ਵਿੱਚ ਵੀ ਬਿਮਾਰੀਆਂ ਫੈਲਾ ਰਿਹਾ। ਪੰਜਾਬ ਦੇ 525 ਪਿੰਡਾਂ ਦੇ ਪਾਣੀ ਦੇ ਵਿੱਚ ਲੈਡ ਦੀ ਮਾਤਰਾ ਜਿਹੜੀ ਹੈ ਉਹ ਜ਼ਿਆਦਾ ਹੈ, ਜਦੋਂ ਕਿ 419 ਪਿੰਡਾਂ ਦੇ ਵਿੱਚ ਮੈਗਨੀਜ਼ ਜਿਹੜਾ ਉਹ ਪਾਇਆ ਗਿਆ ਔਰ 322 ਪਿੰਡਾਂ ਦੇ ਵਿੱਚ ਸੈਲੇਨੀਅਮ ਤੇ 107 ਪਿੰਡਾਂ ਦੇ ਵਿੱਚ ਕੈਡਮੀਅਮ ਦੀ ਮਾਤਰਾ ਜਿਹੜੀ ਆ ਉਹ ਪਾਈ ਗਈ ਹੈ। ਇਹ ਭਾਰੀ ਧਾਤਾਂ ਨੇ ਸਾਰੀਆਂ, ਜਿਹੜਾ ਅਸਰ ਜਿਹੜਾ ਗੁਰਦਿਆਂ ਤੇ ਨਰਵਸ ਸਿਸਟਮ ਦੇ ਉੱਤੇ ਉਹ ਪਾਉਂਦੀਆਂ ਨੇ। ਔਰ ਪੰਜਾਬ ਦੇ ਵਿੱਚ ਪਾਣੀ ਦੇ ਜਿਹੜੇ 44,599 ਸਰੋਤ ਟੈਸਟ ਕੀਤੇ ਗਏ ਆ, ਉਹਦੇ ਵਿੱਚੋਂ ਕਰੀਬ 6,000 ਦੇ ਵਿੱਚ ਰਸਾਇਣ ਜਿਹੜੇ ਉਹ ਪਾਏ ਗਏ ਆ। ਮਾਲਵਾ ਖਿੱਤੇ ਦੇ ਵਿੱਚ ਕੈਂਸਰ ਮਰੀਜ਼ਾਂ ਦੀ ਜਿਹੜੀ ਔਸਤ ਹੈ ਉਹ ਕੌਮੀ ਔਸਤ ਤੋਂ ਕਿਤੇ ਜ਼ਿਆਦਾ। ਮੌਜੂਦਾ ਮੁੱਖ ਮੰਤਰੀ ਇਹਦਾ ਜਿਹੜਾ ਜੱਦੀ ਪਿੰਡ ਆ ਮਹਿਰਾਜ ਦੀ ਜਿਹੜੀ ਪੱਤੀ ਕਰਮਚੰਦ ਦੇ 7 ਦੇ ਵਿੱਚੋਂ 5 ਤੇ ਪੱਤੀ ਕਾਲਾ ਦੇ 50% ਨਮੂਨਿਆਂ ਦੇ ਵਿੱਚ ਰਸਾਇਣ ਜਿਹੜੇ ਉਹ ਪਾਏ ਗਏ ਆ। ਮਾਨਸਾ ਡਿਸਟ੍ਰਿਕਟ ਦੇ ਪਿੰਡ ਦੋਦੜਾ ਦੇ ਵਿੱਚ 75% ਤੇ ਮਗਾਨੀਆਂ ਦੇ ਵਿੱਚ 8 ਦੇ ਵਿੱਚੋਂ 5 ਨਮੂਨੇ ਰਸਾਇਣਾਂ ਵਾਲੇ ਨਿਕਲੇ ਆ। ਜਲਾਲਾਬਾਦ ਦੇ ਵੀ ਇਹੀ ਹਾਲ ਹੈ ਜੀ। ਮੋਗਾ ਦੇ ਨੇੜਲੇ ਪਿੰਡਾਂ ਦਾ ਹਾਲ ਹੈ। ਸੰਗਰੂਰ ਦੇ ਪਿੰਡਾਂ ਦਾ ਜਿਹੜਾ ਇਹ ਹਾਲ ਹੈ। ਗੁਰਦਾਸਪੁਰ ਦੇ ਵਿੱਚ ਵੀ ਇਹੀ ਜਿਹੜੇ ਉਹ ਹਾਲਾਤ ਨੇ ਕਿ ਪਾਣੀ ਜਿਹੜਾ ਉਹ ਪੀਣ ਯੋਗ ਨਹੀਂ ਰਿਹਾ ਔਰ ਜਿਹੜੇ ਪੀ ਰਹੇ ਨੇ ਉਹਨਾਂ ਦੀ ਸਿਹਤ ਤੇ ਇਹਦਾ ਸਿੱਧਾ ਅਸਰ ਪੈ ਰਿਹਾ ਜੀ। ਕੀ ਲੋਕਾਂ ਨੂੰ ਪਤਾ ਹੈ ਕਿ ਪਾਣੀ ਆ ਉਹ ਡੈਮੇਜ ਆ ਤੇ ਫਿਰ ਪੀਂਦੇ ਕੀ ਆ? ਐਕਚੁਅਲੀ ਇੱਕ ਵੱਡੀ ਇੰਡਸਟਰੀ ਜਿਹੜੀ ਉਹ RO ਵਾਲੀ ਆਈ ਹੈ। ਉਹ ਜਿਹੜੇ ਇਹ ਆ ਕਿ ਉਹ ਅਫੋਰਡ ਜਿਹੜਾ ਕਰਦੇ ਨੇ ਉਹ ਲੈਂਦੇ ਨੇ ਜੀ। ਜਿਹੜਾ ਵਿਚਾਰਾ ਗਰੀਬ ਆ ਜੀ, ਦੂਰ ਆ, ਜਿਹੜਾ ਜਿਹਨੂੰ ਰੋਟੀ ਦੇ ਲਾਲੇ ਜਿਹੜੇ ਉਹ ਪਏ ਹੋਏ ਆ, ਜਿਹੜਾ ਕਿਸੇ ਟਾਈਮ ਹੋਰ ਨਹੀਂ ਤਾਂ ਅਚਾਰ ਗੰਢੇ ਨਾਲ ਹੀ ਖਾ ਲੈਂਦਾ ਸੀ, ਸਬਜ਼ੀ ਨਹੀਂ ਸੀ ਅਫੋਰਡ ਕਰਦਾ। 100 ਰੁਪਏ ਕਿਲੋ ਤਾਂ ਗੰਢਾ ਜੀ, ਜਿਹੜਾ 250 ਰੁਪਇਆ ਦਿਹਾੜੀ ਲਾ ਕੇ ਆਉਂਦਾ ਉਹਦੇ ਵਿੱਚੋਂ ਕੀ ਜਿਹੜਾ ਉਹ ਲੈ ਕੇ ਆਊਗਾ? ਉਹ ਤਾਂ ਉਹੀ ਪਾਣੀ ਪੀਊਗਾ ਜੀ। ਜਦੋਂ ਉਹੀ ਪਾਣੀ ਪੀਂਦਾ ਤੇ ਫਿਰ ਜਿਹੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ, ਜਿੱਥੋਂ ਉਹਨੂੰ ਫਿਰ ਜਾ ਕੇ ਜਿਹੜਾ ਧੱਕੇ ਤੇ ਗਾਲਾਂ ਜਿਹੜੀਆਂ ਮਿਲਦੀਆਂ ਨੇ, ਉਹ ਅਜਿਹੇ ਲੋਕ ਹੀ ਨੇ ਔਰ ਪਾਣੀ ਦੀ ਵਜ੍ਹਾ ਕਰਕੇ ਹੀ ਇਹ ਜ਼ਿਆਦਾ ਬਿਮਾਰੀਆਂ ਉਹਨਾਂ ਦੇ ਵਿੱਚ ਫੈਲ ਰਹੀਆਂ। ਅਵੇਅਰਨੈਸ ਹੈ ਨਹੀਂ ਲੋਕਾਂ ਦੇ ਵਿੱਚ, ਕੀ ਕਰ ਰਹੇ ਆ। ਤੇ ਅਖੀਰ ਦੇ ਵਿੱਚ ਬੇਅਦਬੀ ਕਾਂਡ ਦੀ ਗੱਲ ਕਰੀਏ ਤੇ ਪਿੱਛੇ ਜਿਹੇ ਜਿਹੜੀ ਮੌਜੂਦਾ ਸਰਕਾਰ ਆ ਉਹਨੇ ਕਾਫੀ ਡਰਾਮੇ ਖੇਡੇ ਸੀਗੇ। ਹੁਣ ਕੁਝ ਕੁ ਸਿੱਖ ਜਥੇਬੰਦੀਆਂ ਨੇ ਉਹਨਾਂ ਹੀ ਵਿਧਾਇਕਾਂ ਦੇ ਘਰ ਘੇਰਨ ਦਾ ਐਲਾਨ ਕੀਤਾ। ਇਹ ਹਾਲਾਂਕਿ ਇਹ ਇੱਕ ਥੋੜੀ ਜਿਹੀ ਜਿਹੜੀ ਡਿਫਰੈਂਟ ਗੱਲ ਹੈ ਕਿ ਜਿਹੜੇ ਪਹਿਲਾਂ ਫਲੋਪ ਹੋਏ ਆ, ਬਾਰ-ਬਾਰ ਫਲੋਪ ਜਿਹੜਾ ਉਹਨਾਂ ਨੇ ਲੋਕਾਂ ਦੇ ਵਿਸ਼ਵਾਸ ਨੂੰ ਫਲੋਪ ਕੀਤਾ, ਉਹ ਨਹੀਂ ਇਹਦੇ ਵਿੱਚ ਹੈਗੇ ਜੀ। ਇਹ 35 ਦੇ ਕਰੀਬ ਸਿੱਖ ਜਥੇਬੰਦੀਆਂ ਦਾ ਗੱਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਹੈ, ਉਹਨਾਂ ਨੇ ਇਹ ਐਲਾਨ ਜਿਹੜਾ ਕੀਤਾ ਕਿ ਬੇਅਦਬੀ ਵਾਲੇ ਮਾਮਲੇ ਦੇ ਉੱਤੇ ਸਰਕਾਰ ਨੇ ਕੁਝ ਨਹੀਂ ਕੀਤਾ ਔਰ ਲੋਕਾਂ ਨੂੰ ਜਿਹੜਾ ਮੂਰਖ ਬਣਾ ਕੇ ਵੋਟਾਂ ਹਾਸਲ ਕਰ ਲਈਆਂ। ਹੁਣ ਇਹ ਜਿਹੜੀ ਜਥੇਬੰਦੀ ਆ ਇਹਨਾਂ ਨੇ ਜਥੇਬੰਦੀਆਂ ਜਿਹੜੀਆਂ ਨੇ ਇਕੱਠੀਆਂ ਹੋ ਕੇ ਇਸ ਮਾਮਲੇ ਦੇ ਉੱਤੇ ਸੰਘਰਸ਼ ਵਿੱਢਣ ਜਿਹੜੀਆਂ ਉਹ ਜਾ ਰਹੀਆਂ ਨੇ। ਇਹ ਆਖਿਆ ਗਿਆ ਜੀ ਕਿ ਜਿਹੜੇ ਕੈਬਨਿਟ ਮੰਤਰੀਆਂ ਨੇ ਵਿਧਾਨ ਸਭਾ ਦੇ ਵਿੱਚ ਜਜ਼ਬਾਤੀ ਭਾਸ਼ਣ ਦੇ ਕੇ ਇਨਸਾਫ ਦਾ ਭਰੋਸਾ ਦਿੱਤਾ ਸੀ, ਉਹਨਾਂ ਦੇ ਘਰਾਂ ਦੇ ਮੂਹਰੇ 51 ਮੈਂਬਰੀ ਨੌਜਵਾਨ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਧਰਨੇ ਦੇ ਉੱਤੇ ਬੈਠਣਗੇ, ਉਹਨਾਂ ਨੂੰ ਵਾਅਦੇ ਯਾਦ ਕਰਵਾ ਕੇ ਜਵਾਬ ਮੰਗੇ ਜਾਣਗੇ। ਪਹਿਲਾ ਧਰਨਾ 8 ਤਰੀਕ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਮੂਹਰੇ ਲਾਇਆ ਜਾਊਗਾ। ਦੂਜਾ ਧਰਨਾ 15 ਦਸੰਬਰ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਤੀਜਾ 22 ਦਸੰਬਰ ਨੂੰ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਘਰ ਦੇ ਮੂਹਰੇ ਦਿੱਤਾ ਜਾਊਗਾ। ਇਹ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਜੀ, ਉਹਨਾਂ ਨੇ ਇਹ ਕਿਹਾ ਕਿ ਅਗਲੇ ਪੜਾਅ ਦੇ ਵਿੱਚ ਬਾਕੀ ਰਹਿੰਦੇ ਮੰਤਰੀਆਂ ਦੇ ਘਰਾਂ ਦੇ ਮੂਹਰੇ ਧਰਨੇ ਲਾਏ ਜਾਣਗੇ, ਜਿਨ੍ਹਾਂ 'ਚ ਮਨਪ੍ਰੀਤ ਸਿੰਘ ਬਾਦਲ, ਹਰਮਿੰਦਰ ਸਿੰਘ ਗਿੱਲ, ਰਮਨਜੀਤ ਸਿੰਘ ਸਿੱਕੀ, ਇੱਕੀ ਢਿੱਲੋਂ ਜਿਹੜੇ ਉਹ ਸ਼ਾਮਲ ਨੇ। ਇਹ ਜਥੇਬੰਦੀਆਂ ਕਹਿੰਦੀਆਂ ਨੇ ਕਿ ਮੁੱਖ ਮੰਤਰੀ ਹੋਰਾਂ ਨੇ ਡੇਰਾ ਮੁਖੀ ਤੇ ਪ੍ਰੇਮੀਆਂ ਨੂੰ ਬਰਗਾੜੀ ਤੇ ਮੌੜ ਬੰਬ ਧਮਾਕੇ ਮਾਮਲਿਆਂ 'ਚੋਂ ਉਹ ਬਚਾਉਣਾ ਚਾਹੁੰਦੇ ਨੇ ਔਰ ਇਹੀ ਕੰਮ ਅਕਾਲੀ ਦਲ ਤੇ ਭਾਜਪਾ ਗੱਠਜੋੜ ਸਰਕਾਰ ਨੇ ਜਿਹੜਾ ਕੀਤਾ। ਇਹ ਜਥੇਬੰਦੀਆਂ ਕਹਿੰਦੀਆਂ ਨੇ ਕਿ ਬਰਗਾੜੀ, ਬਾਈਬਲ ਕਲਾਂ ਤੇ ਕੋਟਕਪੂਰਾ ਮਾਮਲੇ ਦੇ ਵਿੱਚ ਸਿੱਖ ਕੌਮ ਜਿਹੜੀ ਆ ਆਪਣੇ ਵੱਡੇ ਇਕੱਠ ਤੇ ਸਰਬੱਤ ਖਾਲਸਾ ਤੇ ਬਰਗਾੜੀ ਮੋਰਚੇ ਦੇ ਰੂਪ ਦੇ ਵਿੱਚ ਪਹਿਲਾਂ ਹੀ ਦਿਖਾ ਚੁੱਕੀ ਆ। ਇਸ ਲਈ ਇਸ ਸੰਘਰਸ਼ ਨੂੰ ਵੱਖਰੇ ਰੂਪ ਦੇ ਵਿੱਚ ਜਿਹੜਾ ਉਹ ਸ਼ੁਰੂ ਕਰ ਰਹੇ ਨੇ ਔਰ ਉਹਨਾਂ ਨੇ ਇਹ ਕਿਹਾ ਜੀ ਕਿ ਕਾਂਗਰਸੀ ਆਗੂਆਂ ਨੇ ਬੇਅਦਬੀ ਕਾਂਡ ਦੇ ਵਿੱਚ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਸੀਗਾ
ਪਰ ਕੋਈ ਠੋਸ ਨਤੀਜਾ ਨਹੀਂ ਨਿਕਲਿਆ, ਜਿਹਦੇ ਕਰਕੇ ਇਹਦੀ ਸ਼ੁਰੂਆਤ ਜਿਹੜੀ ਹੈ ਜੀ ਉਹਨਾਂ ਹੀ ਕਾਂਗਰਸੀ ਆਗੂਆਂ ਦੇ ਘਰਾਂ ਮੂਹਰੇ ਧਰਨੇ ਦੇਣ ਤੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਝੋਲੀਆਂ ਵੀ ਅੱਡੀਆਂ ਸੀ ਔਰ ਜਿਨ੍ਹਾਂ ਨੇ ਜਾ ਕੇ ਵਾਅਦੇ ਵੀ ਜਦੋਂ ਬਰਗਾੜੀ ਮੋਰਚਾ ਜਿਹੜਾ ਜੀ ਉਠਾਇਆ ਗਿਆ, ਮਾਫ ਕਰਨਾ, ਜਿਹੜੇ ਲੋਕ ਉਦੋਂ ਉੱਥੇ ਜਾ ਕੇ ਜਿਹੜੇ ਬੋਲੇ ਸੀਗੇ ਜਾਂ ਜਿਹੜੇ ਕਹਿੰਦੇ ਸੀ ਕਿ ਇਹ ਇਨਸਾਫ ਤਾਂ ਮਿਲ ਗਿਆ, ਹੋਰ ਹੁਣ ਅਗਲੀ ਗੱਲ ਜਿਹੜੀ ਜੀ ਕਰੋ, ਉਹਨਾਂ ਦੇ ਘਰਾਂ ਦੇ ਮੂਹਰੇ ਇਹ ਧਰਨੇ ਜਿਹੜੇ ਆ ਇਹ ਦੇਣਗੇ। ਹੁਣ ਵੇਖਣਾ ਇਹ ਹੋਊਗਾ ਜੀ ਕਿ ਬਾਰ-ਬਾਰ ਜਿਹੜਾ ਜੀ ਧੋਖਾ ਖਾ ਚੁੱਕੇ ਲੋਕ, ਉਹ ਚਾਹੇ ਚੱਬੇ ਵਾਲਾ ਇਕੱਠ ਹੋਵੇ ਜੀ, ਚਾਹੇ ਉਹ ਬਰਗਾੜੀ ਮੋਰਚਾ ਹੋਵੇ, ਲੋਕ ਤਾਂ ਉੱਥੇ ਜਿਹੜਾ ਜੀ ਬਥੇਰਾ ਸਹਿਯੋਗ ਦਿੰਦੇ ਰਹੇ, ਪਰ ਉਹਨਾਂ ਦੇ ਨਾਲ ਹਮੇਸ਼ਾ ਧੋਖਾ ਹੋਇਆ। ਜਿਹੜੇ ਲੋਕ ਨੇ ਉਹ ਹੁਣ ਇਹਨਾਂ ਜਥੇਬੰਦੀਆਂ ਦਾ ਸਹਿਯੋਗ ਕਰਦੇ ਨੇ ਜਾਂ ਜਿਹੜਾ ਜੀ ਨਹੀਂ। ਔਰ ਦੂਸਰਾ ਇਹ ਕਿ ਜਿਹੜੇ ਸਿਆਸੀ ਲਾਰੇ ਨੇ ਇਹ ਉਹਨਾਂ ਦੇ ਵਿੱਚ ਫੇਰ ਤਾਂ ਨਹੀਂ ਦੁਬਾਰਾ ਜਿਹੜੇ ਜੀ ਉਹ ਆ ਜਾਣਗੇ, ਇਹ ਵੇਖਣ ਵਾਲੀ ਗੱਲ ਜ਼ਰੂਰ ਹੋਊਗੀ। ਨਹੀਂ ਤਾਂ ਅਦਰਵਾਈਜ਼ ਹਾਲਾਤ ਜਿਹੜੇ ਜੀ ਉਹ ਇਹੋ ਜਿਹੇ ਬਣ ਚੁੱਕੇ ਹੋਏ ਨੇ ਕਿ ਇਸ ਮਾਮਲੇ ਦੇ ਉੱਤੇ ਇਨਸਾਫ ਦੀ ਆਸ ਜਿਹੜੀ ਹੈ ਜੀ ਉਹ ਲਗਭਗ ਮੱਧਮ ਹੋਊਗੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ ਹੋਣਾ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ